ਰਿਪੋਰਟਿੰਗ ਇਹੀ ਹੈ ਵੀ ਹਾਲੇ ਤੱਕ ਸਰਕਾਰ ਜਿਹੜੀ ਹੈ ਉਹ ਮੁੜ ਕੇ ਪੁਰਾਣੀ ਜਿਹੜੀ ਗੱਲ ਉਹਨਾਂ ਦਾ ਰਾਗ ਹੈ ਉਹੀ ਦੁਬਾਰਾ ਲਾਪਣ ਲੱਗ ਪਈ ਹੈ ਕਿ ਸੁਪਰੀਮ ਕੋਰਟ ਨੇ ਵੀ ਜੇ ਆਪਾਂ ਕਹੀਏ ਅਸੀਂ ਉਹਨੂੰ ਮਾਨਤਾ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਲੇਕਿਨ ਕਮੇਟੀ ਬਣਾਈ ਤਾਂ ਲਾਜ਼ਮੀ ਹੈ ਵੀ ਸੁਪਰੀਮ ਕੋਰਟ ਨੇ ਇਹ ਗੱਲ ਤਾਂ ਮੰਨੀ ਨਾ ਕਿ ਕੋਈ ਵੱਡਾ ਅੰਦੋਲਨ ਚੱਲ ਰਿਹਾ ਹੈ ਜਿਹਦੀਆਂ ਕੋਈ ਵੱਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਤੋਂ ਜਾਂ ਕਹਿ ਲਓ ਹਾਲੇ ਤੱਕ ਉਸ ਤਰ੍ਹਾਂ ਡੀਲ ਨਹੀਂ ਹੋਈਆਂ ਤਾਂ ਇਸ ਗੱਲ ਨੂੰ ਸਰਕਾਰ ਨੂੰ ਵੀ ਸਮਝਣਾ ਪਏਗਾ ਕਿ ਉਹ ਵੱਡੀ ਗੱਲ ਕੀ ਹੈ। ਉਹ ਵੱਡੀ ਗੱਲ ਇਹੀ ਹੈ ਕਿ ਇਸ ਕਾਨੂੰਨ ਦੇ ਵਿੱਚ ਸੋਧਾ ਨਹੀਂ, ਇਹ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਜਿਹੜਾ ਹੈਗਾ ਉਹੀ ਇਸ ਦਾ ਹੱਲ ਹੈ। ਅਸੀਂ ਸਪੈਸ਼ਲ ਕਹਿ ਦਿੱਤਾ ਕਿ ਸਰਕਾਰ ਦੀ ਕਿਸੇ ਬਿਲਡਿੰਗ ਦਾ ਕਿਸੇ ਹੋਰ ਚੀਜ਼ ਦਾ ਕਿਸੇ ਸਿੰਬਲ ਦਾ ਅਪਮਾਨ ਕਰਨਾ ਸਾਡਾ ਬਿਲਕੁਲ ਕੋਈ ਇਰਾਦਾ ਨਹੀਂ ਹੈ, ਬਲਕਿ ਉਹਨੂੰ ਰੱਦ ਕੀਤਾ ਗਿਆ ਵੀ ਐਸੀ ਸਾਡੀ ਕੋਈ ਯੋਜਨਾ ਹੀ ਨਹੀਂ ਹੈ, ਸਾਡੀ ਪਾਰਟੀ ਨਹੀਂ ਹੈ ਯੋਜਨਾ ਦਾ। ਜੋ ਪਾਰਟ ਹੈ ਉਹ ਹੈ ਇੱਕ ਸ਼ਾਂਤਮਈ ਪਰੇਡ ਜਿਹਦੇ 'ਚ ਲੋਕ ਆਪਣੀ ਗਿਣਤੀ ਦਿਖਾਉਣਗੇ, ਲੋਕ ਆਪਣੀ ਇਰਾਦਾ ਜਿਹੜਾ ਹੈਗਾ ਉਹ ਦਿਖਾਣਗੇ ਤੇ ਇੱਕ ਤਰ੍ਹਾਂ ਨਾਲ ਜੇ ਮੈਂ ਅੰਗਰੇਜ਼ੀ ਦਾ ਸ਼ਬਦ ਵਰਤਾਂ ਤਾਂ ਰੀਕਲੇਮਿੰਗ ਦਾ ਰਿਪਬਲਿਕ। ਕਿਸਾਨ ਜਿਹੜੇ ਨੇ ਉਹ ਆਪਣੇ ਰਿਪਬਲਿਕ ਨੂੰ ਆਪ ਕਲੇਮ ਕਰਨਗੇ ਕਿ ਇਹ ਰਿਪਬਲਿਕ ਕਿਸੇ ਚੰਦ ਮੋਦੀ ਵਰਗੇ ਘਰਾਣਿਆਂ ਦਾ ਨਹੀਂ, ਅਡਾਨੀਆਂ ਬਾਨੀਆਂ ਦਾ ਨਹੀਂ ਹੈਗਾ, ਉਹਨਾਂ ਦੇ ਦਲਾਲਾਂ ਦਾ ਨਹੀਂ ਹੈਗਾ। ਇਹ ਰਿਪਬਲਿਕ ਲੋਕਾਂ ਦਾ, ਹਿੰਦੁਸਤਾਨ ਦੇ ਕਿਸਾਨਾਂ ਦਾ, ਹਿੰਦੁਸਤਾਨ ਦੇ ਮਜ਼ਦੂਰਾਂ ਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਸੈਂਟਰ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ। ਅਸੀਂ ਖੜੇ ਹਾਂ ਵਿਗਿਆਨ ਭਵਨ ਵਿਖੇ ਤੇ ਮੀਟਿੰਗਾਂ 8 ਹੋ ਚੁੱਕੀਆਂ ਨੇ। 9ਵੇਂ ਗੇੜ ਦੀ ਮੀਟਿੰਗ ਆ। 9ਵੇਂ ਗੇੜ ਦੀ ਮੀਟਿੰਗ 'ਚੋਂ ਵੀ ਕੋਈ ਸਿੱਟਾ ਲਿਕੜਦਾ ਨਜ਼ਰ ਨਹੀਂ ਆ ਰਿਹਾ। ਅੰਦਰੋਂ ਅਪਡੇਟ ਆ ਰਹੀ ਆ ਕਿ ਕਾਨੂੰਨਾਂ ਤੇ ਸੋਧ ਕਰਨ ਦੀ ਉਹ ਗੱਲ ਹੋ ਰਹੀ ਆ। ਸਾਡੇ ਨਾਲ ਵੀਰ ਨੇ, ਕਿਸਾਨ ਆਗੂ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੈਂ ਕਮਲਜੀਤ ਸਿੰਘ, ਪੰਜਾਬ ਕਿਸਾਨ ਯੂਨੀਅਨ ਤੋਂ। ਕੀ ਲੱਗ ਰਿਹਾ ਵੀਰ ਜੀ ਅੱਜ ਦੀ ਜਿਹੜੀ ਮੀਟਿੰਗ ਚੱਲ ਰਹੀ ਆ, ਅੰਦਰ ਕਿਸਾਨ ਆਗੂ ਬੈਠੇ ਨੇ ਕੇਂਦਰ ਦੇ ਮੰਤਰੀਆਂ ਦੇ ਨਾਲ, ਕੀ ਲੱਗ ਰਿਹਾ ਜੀ? ਦੇਖੋ, ਅਸੀਂ ਤਾਂ ਪੂਰੀਆਂ ਉਮੀਦਾਂ ਲੈ ਕੇ ਇਸ ਮੀਟਿੰਗ ਦੇ ਵਿੱਚ ਆਉਂਦੇ ਹੁੰਦੇ ਹਾਂ ਹਰ ਵਾਰ, ਲੇਕਿਨ ਹੁਣ ਤੱਕ ਦੀ ਜੋ ਰਿਪੋਰਟਿੰਗ ਹੈ, ਹੁਣ ਤਾਂ ਲੰਚ ਟਾਈਮ ਹੋਇਆ ਹੁਣੇ, ਤੇ ਰਿਪੋਰਟਿੰਗ ਇਹੀ ਹੈ ਵੀ ਹਾਲੇ ਤੱਕ ਸਰਕਾਰ ਜਿਹੜੀ ਹੈ ਉਹ ਮੁੜ ਕੇ ਪੁਰਾਣੀ ਜਿਹੜੀ ਗੱਲ ਉਹਨਾਂ ਦਾ ਰਾਗ ਹੈ ਉਹੀ ਦੁਬਾਰਾ ਲਾਪਣ ਲੱਗ ਪਈ ਹੈ। ਦੁਬਾਰਾ ਸੋਧਾਂ ਦੀ ਪੇਸ਼ਕਸ਼ ਜਿਹੜੀ ਹੈਗੀ ਹੈ ਉਹ ਕਰ ਰਹੀ ਹੈ, ਜਦੋਂ ਕਿ ਉਹਨਾਂ ਨੂੰ ਬਹੁਤ ਸਪਸ਼ਟ ਪਹਿਲੇ 6 ਰਾਊਂਡਸ ਦੇ ਵਿੱਚ ਇਹ ਦੱਸਿਆ ਜਾ ਚੁੱਕਿਆ ਹੈ ਕਿ ਸੋਧਾਂ ਦੇ ਉੱਤੇ ਆਪਣੀ ਗੱਲ ਨਹੀਂ ਬਣਨੀ। ਕਿਸਾਨ ਆਗੂ ਤੇ ਲੋਕ ਉਹ ਬਿਲਕੁਲ ਬਿਨਾਂ ਸ਼ੱਕ ਪੂਰਾ ਕਾਨੂੰਨ ਜਿਹੜਾ ਹੈਗਾ ਉਹਨਾਂ ਨੂੰ ਤਿੰਨਾਂ ਨੂੰ ਰੱਦ ਕਰਨ ਤੋਂ ਥੱਲੇ ਕੁਝ ਵੀ ਨਹੀਂ ਮੰਨ ਸਕਦੇ। ਦੱਸਣ ਦੇ ਬਾਵਜੂਦ ਅੱਜ ਫੇਰ ਜਿਹੜਾ ਉਹ ਸਰਕਾਰ ਨੇ ਆਪਣਾ ਪੁਰਾਣਾ ਰਾਗ ਜਿਹੜਾ ਉਹੀ ਅਲਾਪਿਆ। ਕੀ ਲੱਗ ਰਿਹਾ ਇਹ 8 ਮੀਟਿੰਗਾਂ ਹੋ ਚੁੱਕੀਆਂ ਨੇ, ਹਰ ਇੱਕ ਵਰਗ ਕਹਿ ਰਿਹਾ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਆ ਬਈ ਨਹੀਂ, ਸਾਨੂੰ ਇਹ ਕਾਨੂੰਨ ਰੱਦ ਚਾਹੀਦੇ ਨੇ, ਪਰ ਅੱਜ ਫੇਰ ਉਹੀ 9ਵੇਂ ਗੇੜ ਦੀ ਮੀਟਿੰਗ ਆ, ਉਹੀ ਰਾਗ ਫੇਰ ਇਲਾਕਿਆ ਜਾ ਰਿਹਾ। ਸੋਧ ਕਰ ਦਿੰਦੇ ਆ, ਗੱਲ ਕਰ ਲੈਂਦੇ ਆ, ਕੀ ਕਹਾਂਗੇ? ਅਸੀਂ ਇਹ ਕਹਾਂਗੇ ਵੀ ਇਹ ਸਰਕਾਰ ਦਾ ਜਿਹੜਾ ਵਤੀਰਾ ਇਹ ਅਣਮਨੁੱਖੀ ਹੈ ਜੀ। ਸੁਪਰੀਮ ਕੋਰਟ ਕਹਿ ਚੁੱਕਿਆ ਵੀ ਇਹ ਲੋਕਾਂ ਦਾ ਲੈਜੀਟੀਮੇਟ ਅੰਦੋਲਨ ਹੈ, ਲੋਕਾਂ ਦਾ ਇਹ ਬਕਾਇਦਾ ਸ਼ਾਂਤਮਈ ਤੇ ਜ਼ਿੰਮੇਵਾਰੀ ਨਾਲ ਚਲਾਇਆ ਜਾ ਰਿਹਾ ਇੱਕ ਅੰਦੋਲਨ ਹੈ। ਸੁਪਰੀਮ ਕੋਰਟ ਇਸ ਗੱਲ ਨੂੰ ਮਾਨਤਾ ਦੇ ਚੁੱਕਿਆ ਬਕਾਇਦਾ ਆਪਣੇ ਫੈਸਲੇ 'ਚ। ਇਹਦੇ ਬਾਵਜੂਦ ਸਰਕਾਰ ਇਸ ਗੱਲ ਦੀ ਪਰਵਾਹ ਨਹੀਂ ਕਰ ਰਹੀ ਕਿ ਅੱਜ ਤੱਕ 100 ਤੋਂ ਵਧੇਰੇ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਬਿਮਾਰ ਨੇ, ਤੇ ਇਹ ਸਾਰੀ ਹਾਲਤ ਦੇ ਬਾਵਜੂਦ ਜਿਹੜਾ ਹੈ ਸਰਕਾਰ ਜਿਹੜੀ ਹੈ ਉਹ ਬੜੇ ਅਣਮਨੁੱਖੀ ਤਰੀਕੇ ਨਾਲ ਐਸੀਆਂ ਗੱਲਾਂ ਕਰ ਰਹੀ ਹੈ ਜਿਹਦੇ 'ਤੇ ਸਰਕਾਰ ਬਹੁਤ ਚੰਗੇ ਤਰੀਕੇ ਨਾਲ ਜਾਣਦੀ ਹੈ। ਪਿਛਲੇ 6 ਗੇੜਾਂ ਦੇ ਵਿੱਚ 7 ਗੇੜਾਂ ਦੇ ਵਿੱਚ ਅਸੀਂ ਪਹਿਲੇ ਜਿਹੜੇ 6-7 ਗੇੜ ਸੀ ਉਹਨਾਂ 'ਚ ਸਮਝਾਤਾ ਸੀ ਸਰਕਾਰ ਨੂੰ ਵੀ ਇਹ ਸਾਨੂੰ ਨਹੀਂ ਮਨਜ਼ੂਰ, ਸਾਨੂੰ ਸਾਫ਼ ਤੌਰ ਦੇ ਉੱਤੇ ਇਸ ਕਾਨੂੰਨ ਨੂੰ ਰੱਦ ਕਰਾਉਣ ਤੋਂ ਥੱਲੇ ਕੁਝ ਵੀ ਨਹੀਂ। ਤੇ 7ਵੇਂ ਰਾਊਂਡ ਦੇ ਵਿੱਚ ਅਸੀਂ ਏਜੰਡਾ ਨੋਟ ਜਿਹੜਾ ਆਪਣੇ ਵੱਲੋਂ ਬਣਾ ਕੇ ਭੇਜਿਆ ਸੀਗਾ 30 ਤਰੀਕ ਵਾਲੀ ਮੀਟਿੰਗ ਦਾ, ਉਹ ਸਰਕਾਰ ਨੇ ਮਨਜ਼ੂਰ ਕੀਤਾ ਸੀਗਾ। ਉਸ ਏਜੰਡੇ ਦੇ ਉੱਤੇ ਜਦੋਂ ਗੱਲ ਹੋਈ ਤਾਂ ਸਰਕਾਰ ਨੇ ਦਾਅਵਾ ਵੀ ਕੀਤਾ ਵੀ ਅਸੀਂ 50% ਮੰਨ ਲਿਆ, ਜਦ ਕਿ ਉਹ ਅਸੀਂ ਉਹਨਾਂ ਨੂੰ ਸਪਸ਼ਟ ਕਰਤਾ ਸੀ ਵੀ ਜਿਹੜੇ ਬਾਅਦ ਵਾਲੇ 2 ਏਜੰਡੇ ਨੇ, ਏਜੰਡਾ ਨੰਬਰ 3 ਤੇ 4 ਜਿਹੜਾ ਬਿਜਲੀ ਵਾਲੀ ਬਿੱਲ ਹੈ ਤੇ ਜਿਹੜਾ ਦੂਜਾ ਪਰਾਲੀ ਸਾੜਨ ਵਾਲੇ ਕਾਨੂੰਨ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨ ਵਾਲੀ ਗੱਲ ਸੀ, ਵੀ ਉਹ ਸਾਰੀ ਗੱਲਬਾਤ ਜਿਹੜੀ ਹੈਗੀ ਸਾਨੂੰ ਤਾਂ ਹੀ ਕੋਈ ਮਤਲਬ ਹੈ ਸਾਡੇ ਵਾਸਤੇ ਉਹਨਾਂ ਗੱਲਾਂ ਦਾ ਜੇ ਸਾਡੀਆਂ ਪਹਿਲੀਆਂ ਜੋ 2 ਮੰਗਾਂ ਜਿਹੜੀਆਂ ਨੇ, ਨੰਬਰ 1 ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਕਿਰਿਆ ਕੀ ਹੋਵੇ, ਤੇ ਨੰਬਰ 2 ਜਿਹੜੀ ਖੇਤੀ ਦੇ ਵਿੱਚ MSP ਦੀ ਗਰੰਟੀ ਪੂਰੇ ਦੇਸ਼ ਦੇ ਵਿੱਚ ਕਿਸਾਨੀ ਨੂੰ ਮਿਲੇ, ਪਹੁੰਚੇ ਕਿਸਾਨ ਕੋਲ MSP, ਉਹਦਾ ਕਾਨੂੰਨੀ ਪ੍ਰਕਿਰਿਆ ਕੀ ਹੋਊਗੀ। ਇਹ 2 ਚੀਜ਼ਾਂ ਦੇ ਉੱਤੇ ਜਦ ਤੱਕ ਗੱਲ ਨਹੀਂ ਹੁੰਦੀ, ਸਾਡੀ ਖੇਤੀ ਨਾ ਜੇ ਬਚੀ ਤਾਂ ਸਾਨੂੰ ਬਿਜਲੀ ਦਾ ਵੀ ਕੋਈ ਫਾਇਦਾ ਨਹੀਂ, ਤੇ ਸਾਨੂੰ ਪਰਾਲੀ ਸਾੜਨ ਵਾਲਾ ਮਾਮਲੇ ਦੇ ਉੱਤੇ ਵੀ ਕੋਈ ਮਤਲਬ ਨਹੀਂ ਬਣਦਾ, ਉਸਦਾ ਕੋਈ ਅਰਥ ਨਹੀਂ, ਉਹ ਬੇਅਰਥ ਹੋ ਜਾਂਦੇ ਨੇ ਕਾਨੂੰਨ। ਸੋ ਇਹ ਗੱਲ ਬੜੀ ਸਪਸ਼ਟ ਤਰੀਕੇ ਨਾਲ ਸਰਕਾਰ ਨੂੰ ਦੱਸੀ ਜਾ ਚੁੱਕੀ ਹੈ। ਇਸ ਗੱਲ ਦੇ ਉੱਤੇ ਈਵਨ ਕਿ ਸੁਪਰੀਮ ਕੋਰਟ ਨੇ ਵੀ ਜੇ ਆਪਾਂ ਕਹੀਏ ਅਸੀਂ ਉਹਨੂੰ ਮਾਨਤਾ ਨਹੀਂ ਦਿੱਤੀ ਸੁਪਰੀਮ ਕੋਰਟ ਨੇ, ਲੇਕਿਨ ਕਮੇਟੀ ਬਣਾਈ ਤਾਂ ਲਾਜ਼ਮੀ ਹੈ ਵੀ ਸੁਪਰੀਮ ਕੋਰਟ ਨੇ ਇਹ ਗੱਲ ਤਾਂ ਮੰਨੀ ਨਾ ਕਿ ਕੋਈ ਵੱਡਾ ਅੰਦੋਲਨ ਚੱਲ ਰਿਹਾ ਹੈ ਜਿਹਦੀਆਂ ਕੋਈ ਵੱਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਤੋਂ ਜਾਂ ਕਹਿ ਲਓ ਹਾਲੇ ਤੱਕ ਉਸ ਤਰ੍ਹਾਂ ਡੀਲ ਨਹੀਂ ਹੋਈਆਂ। ਤਾਂ ਇਸ ਗੱਲ ਨੂੰ ਸਰਕਾਰ ਨੂੰ ਵੀ ਸਮਝਣਾ ਪਏਗਾ ਕਿ ਉਹ ਵੱਡੀ ਗੱਲ ਕੀ ਹੈ।
ਉਹ ਵੱਡੀ ਗੱਲ ਇਹੀ ਹੈ ਕਿ ਇਸ ਕਾਨੂੰਨ ਦੇ ਵਿੱਚ ਸੋਧਾ ਨਹੀਂ, ਇਹ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਜਿਹੜਾ ਹੈਗਾ ਉਹੀ ਇਸ ਦਾ ਹੱਲ ਹੈ। ਜੀ, ਸੁਰਜੀਤ ਜੈਨੀ ਨੇ ਬੀਜੇਪੀ ਦੇ ਆਗੂ ਨੇ, ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇ ਕਿਸਾਨ ਚਾਹੁਣ ਤਾਂ 10 ਮਿੰਟ 'ਚ ਇਹ ਮਾਮਲੇ ਦਾ ਹੱਲ ਨਿਕਲ ਸਕਦਾ ਹੈ, ਹੋਣਗੀਆਂ ਸੋਧਾਂ ਹੀ, ਪਰ ਕਿਸਾਨ ਤਾਂ ਬੜੇ ਲੰਮੇ ਟਾਈਮ ਤੋਂ ਚਾਹ ਰਹੇ ਨੇ ਕਿ ਰੱਦ ਹੋ ਜਾਣ। ਉਹ ਫਿਰ ਬੀਜੇਪੀ ਦੇ ਆਗੂ ਇਦਾਂ ਦੇ ਬਿਆਨ ਕਿਉਂ ਦੇ ਰਹੇ ਨੇ, ਪੰਜਾਬ ਦੇ ਹੋ ਕੇ ਪੰਜਾਬ ਦੇ ਖਿਲਾਫ ਬਿਆਨ ਦੇ ਰਹੇ ਨੇ? ਅਸਲ 'ਚ ਦੇਖੋ, ਬੀਜੇਪੀ ਦੇ ਆਗੂਆਂ ਨੂੰ ਉਹਨਾਂ ਦੀ ਥਾਂ ਲੋਕਾਂ ਨੇ ਸਮਝਾਤੀ ਹੈ ਜੀ। ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਹੈ, ਲੋਕਾਂ ਨੇ ਇਹਨਾਂ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ। ਸੋ ਬੀਜੇਪੀ ਦੇ ਆਗੂਆਂ ਨੂੰ ਤਾਂ ਹੁਣ ਸਮਝ ਲੈਣਾ ਚਾਹੀਦਾ ਵੀ ਹੁਣ ਕੰਧ ਤੇ ਲਿਖਿਆ ਜਿਹੜਾ ਹੈ ਉਹ ਪੜ੍ਹ ਲੈਣ। ਲੋਕ ਕੀ ਚਾਹੁੰਦੇ ਨੇ ਉਹ ਲੋਕ ਬੜੇ ਚੰਗੀ ਤਰ੍ਹਾਂ ਸਾਫ਼-ਸਾਫ਼ ਬੋਲ ਕੇ, ਲਿਖ ਕੇ, ਪਿਛਲੇ ਮਤਲਬ ਸਮਝ ਲਓ ਅੱਜ 51ਵਾਂ ਦਿਨ ਹੋ ਗਿਆ ਸਾਡੇ ਧਰਨੇ ਨੂੰ, ਤਾਂ ਧਰਨਾ ਲਾ ਕੇ ਪੂਰਾ ਮਤਲਬ ਪੋਹ ਦੀਆਂ ਰਾਤਾਂ 'ਚ, ਮਾਘ ਦੀਆਂ ਰਾਤਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸੜਕ ਤੇ ਬੈਠ ਕੇ ਇਹਨਾਂ ਨੂੰ ਦੱਸ ਰਹੇ ਨੇ। ਜੇ ਹਲੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਲੋਕ ਕੀ ਚਾਹੁੰਦੇ ਨੇ, ਤਾਂ ਆਪਾਂ ਸਮਝ ਲਈਏ ਵੀ ਇਹਨਾਂ ਨੂੰ ਡੈਮੋਕ੍ਰੇਸੀ ਦੀ ਪਤਾ ਨਹੀਂ, ਇਹਨਾਂ ਨੂੰ ਲੋਕਾਂ ਦੀ ਨਬਜ਼ ਦਾ ਪਤਾ ਨਹੀਂ। ਸੱਚਾਈ ਇਹ ਆ ਕਿ ਇਹ ਮਸਲਾ ਉਦੋਂ ਹੱਲ ਹੋਊਗਾ ਜਦੋਂ ਸਰਕਾਰ ਮਨੁੱਖੀ ਤਰੀਕੇ ਨਾਲ ਸੋਚਣਾ ਸ਼ੁਰੂ ਕਰੂਗੀ। ਜਦੋਂ ਆਪਣਾ ਅਣਮਨੁੱਖੀ ਵਤੀਰਾ ਜਿਹੜਾ ਹੈਗਾ ਇਹ ਸਰਕਾਰ ਛੱਡੇਗੀ, ਉਦੋਂ ਹੀ ਇਸ ਮਸਲੇ ਦਾ ਹੱਲ ਹੋਊਗਾ, ਉਦੋਂ ਹੀ ਇਹ ਕਾਨੂੰਨ ਜਿਹੜੇ ਨੇ ਰੱਦ ਹੋਣਗੇ ਤੇ ਲੋਕ ਆਪਣੇ ਘਰਾਂ 'ਚ ਜਾਣਗੇ। ਫਿਲਮੀ ਅਦਾਕਾਰਾ ਨੇ ਹੇਮਾ ਮਾਲਿਨੀ MP ਵੀ ਨੇ, ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਉਹ ਕੀ ਮੰਗ ਰਹੇ ਨੇ, ਉਹਨਾਂ ਨੂੰ ਜਿੱਦਾਂ ਦਾ ਪੜ੍ਹਾਇਆ ਗਿਆ ਉਦਾਂ ਹੀ ਬੋਲ ਰਹੇ ਨੇ, ਉਹਨਾਂ ਨੂੰ ਇਹਨਾਂ ਬਾਰੇ ਕੁਝ ਪਤਾ ਹੀ ਨਹੀਂ ਜਿਹੜੇ ਮੰਗਾਂ ਕਰ ਰਹੇ ਨੇ। ਕੀ ਕहेंगे? ਦੇਖੋ, ਇਹਨਾਂ ਦੇ ਕੋਈ ਵੀ MP ਜਿਹੜਾ ਹੈਗਾ ਸਾਨੂੰ ਨਹੀਂ ਲੱਗਦਾ ਵੀ ਉਹ ਬਹੁਤ ਜ਼ਮੀਨ ਦੇ ਨਾਲ ਜੁੜੇ ਹੋਏ ਨੇ। ਜੇ ਹਾਲੇ ਤੱਕ ਪੂਰਾ ਇੰਟਰਨੈਸ਼ਨਲ ਮੀਡੀਆ ਨੋਟ ਕਰ ਚੁੱਕਿਆ ਹੈ, ਪੰਜਾਬ ਦਾ ਮੀਡੀਆ ਤੇ ਲਗਾਤਾਰ ਦਿਖਾ ਹੀ ਰਿਹਾ ਹੈ, ਜੇ ਹਲੇ ਵੀ ਉਹਨਾਂ ਨੂੰ ਇਹ ਲੱਗਦਾ ਵੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਮੰਗ ਕੀ ਕਰ ਰਹੇ ਨੇ, ਤਾਂ ਸਾਨੂੰ ਲੱਗਦਾ ਵੀ ਉਹਨਾਂ ਨੂੰ ਅਸਲ ਦੇ ਵਿੱਚ ਲੋਕਾਂ ਬਾਰੇ ਕੁਝ ਨਹੀਂ ਪਤਾ। ਭੁਪਿੰਦਰ ਮਾਨ ਵੱਲੋਂ ਅਸਤੀਫਾ ਦਿੱਤਾ ਗਿਆ, ਸੁਪਰੀਮ ਕੋਰਟ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਸ ਤੇ ਕੀ ਕहेंगे? ਉਹਨਾਂ ਨੇ ਅਸਤੀਫਾ ਦੇ ਦਿੱਤਾ, ਉਹ ਕਹਿ ਰਹੇ ਨੇ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ। ਕੀ ਕहेंगे? ਦੇਖੋ, ਸਭ ਤੋਂ ਪਹਿਲੀ ਗੱਲ ਇਹ ਕਿ ਉਸ ਕਮੇਟੀ ਨੂੰ ਸਾਡੀ ਕਿਸਾਨ ਆਗੂਆਂ ਨੇ ਮਾਨਤਾ ਨਹੀਂ ਸੀ ਦਿੱਤੀ। ਅਸੀਂ ਸਪਸ਼ਟ ਉਹਨਾਂ ਨੂੰ ਕਰਤਾ ਸੀ ਸੁਪਰੀਮ ਕੋਰਟ ਦੀ ਕਿਸੇ ਕਮੇਟੀ ਦੇ ਮੂਹਰੇ ਅਸੀਂ ਨਹੀਂ ਪੇਸ਼ ਹੋਵਾਂਗੇ। ਜਿਹੜੀ ਪ੍ਰਕਿਰਿਆ ਸਰਕਾਰ ਦੇ ਨਾਲ ਸਾਡੀ ਗੱਲਬਾਤ ਦੀ ਚੱਲਦੀ ਹੈ, ਇਸੇ ਦੇ ਵਿੱਚੋਂ ਕੋਈ ਹੱਲ ਨਿਕਲੇਗਾ। ਮੈਂ ਉਸ ਦਾ ਕਾਰਨ ਵੀ ਦੱਸਣਾ ਚਾਹਾਂਗਾ ਤੁਹਾਨੂੰ। ਦੂਜੀ ਗੱਲ ਜਿਹੜੀ ਹੈਗੀ ਭੁਪਿੰਦਰ ਮਾਨ ਉਹਨਾਂ ਦੇ ਅਸਤੀਫੇ ਦੀ, ਉਹਨਾਂ ਦੇ ਅਸਤੀਫੇ ਤੋਂ ਬਾਅਦ ਇੱਕ ਨਵੀਂ ਸਥਿਤੀ ਬਣ ਗਈ ਹੈ। ਉਹ ਸਥਿਤੀ ਕੀ ਹੈ? ਦੇਖੋ, ਇੱਕ ਕਮੇਟੀ ਬਣੀ, ਸੁਪਰੀਮ ਕੋਰਟ ਨੇ ਬਣਾਈ, ਉਸ ਕਮੇਟੀ ਨੂੰ ਜਿਹੜੇ ਸਟੇਕ ਹੋਲਡਰ ਨੇ, ਜਿਹੜੇ ਜਿਨ੍ਹਾਂ ਵਾਸਤੇ ਉਹ ਕਮੇਟੀ ਬਣਾਈ ਗਈ, ਉਹਨਾਂ ਨੇ ਮਾਨਤਾ ਨਹੀਂ ਦਿੱਤੀ। ਹੁਣ ਉਸ ਕਮੇਟੀ 'ਚ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਉਹਨੇ ਵੀ ਮਾਨਤਾ ਨਹੀਂ ਦਿੱਤੀ। ਸੋ ਸੁਪਰੀਮ ਕੋਰਟ ਨੂੰ ਮੁੜ ਵਿਚਾਰ ਕਰ ਲੈਣਾ ਚਾਹੀਦਾ ਵੀ ਇਸ ਕਿਸਮ ਦੀ ਕਿਸੇ ਪ੍ਰਕਿਰਿਆ ਦੀ ਜੇ ਮਾਨਤਾ ਨਾ ਸਟੇਕ ਹੋਲਡਰਸ ਨੂੰ ਹੈ, ਨਾ ਜਿਨ੍ਹਾਂ ਨੂੰ ਉਹ ਨੋਮੀਨੇਟ ਕਰਦੇ ਨੇ ਉਹਨਾਂ ਨੂੰ ਹੈ, ਫਿਰ ਇਸ ਕਿਸਮ ਦੀ ਪ੍ਰਕਿਰਿਆ ਦਾ ਅਰਥ ਵੀ ਕੀ ਹੈ? ਸੋ ਸੁਪਰੀਮ ਕੋਰਟ ਨੂੰ ਇਸ ਦੇ ਉੱਤੇ ਹੁਣ ਮੁੜ ਵਿਚਾਰ ਕਰਨ ਦੀ ਲੋੜ ਹੈ। ਜਿਹੜੀ ਕਹੀ ਜਾ ਰਹੀ ਆ 26 ਜਨਵਰੀ ਦਾ ਟਰੈਕਟਰ ਮਾਰਚ ਕਿਹਾ ਜਾ ਰਿਹਾ ਹੈ, ਉਹ ਪੱਕਾ ਹੈ ਜਾਂ ਉੱਤੇ ਕਦੋਂ ਵਿਚਾਰ ਵਟਾਂਦਰਾ ਕਰਨਗੀਆਂ ਜਥੇਬੰਦੀਆਂ, ਕਿੱਦਾਂ ਦਾ ਕੀਤਾ ਜਾਣਾ? ਦੇਖੋ, ਟਰੈਕਟਰ ਮਾਰਚ ਬਿਲਕੁਲ 100% ਪੱਕਾ ਹੈ। ਅਸੀਂ ਬਕਾਇਦਾ ਦੇ ਚੁੱਕੇ ਹਾਂ। ਸਾਡੇ ਨੌਜਵਾਨ ਵੱਡੇ ਪੱਧਰ ਦੇ ਉੱਤੇ, ਪੰਜਾਬ ਪੱਧਰ ਭਰ ਦੇ ਵਿੱਚ, ਦੇਸ਼ ਪੱਧਰ ਦੇ ਉੱਤੇ ਤਿਆਰੀ ਕਰ ਰਹੇ ਨੇ। ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਟਰੈਕਟਰ ਮਾਰਚ ਨੂੰ ਲੈ ਕੇ। ਔਰ ਅਸੀਂ ਤੁਹਾਨੂੰ ਦੱਸ ਦਈਏ ਵੀ ਦੁਨੀਆ ਦੀ ਸਭ ਤੋਂ ਵੱਡੀ ਇਤਿਹਾਸਿਕ ਘਟਨਾ ਹੋਣ ਜਾ ਰਹੀ ਹੈ ਇਹ, ਜਦੋਂ ਹਿੰਦੁਸਤਾਨ ਵਾਸਤੇ ਵੀ, ਹਿੰਦੁਸਤਾਨ ਦੇਖੋ 26 ਜਨਵਰੀ ਆਪਣਾ ਹੁੰਦਾ ਗਣਤੰਤਰ ਦਿਵਸ, ਉਸ ਦਿਨ ਰਿਪਬਲਿਕ ਜਿਹੜਾ ਹੈਗਾ ਇੰਡੀਆ ਜਿਹੜਾ ਹੈਗਾ ਰਿਪਬਲਿਕਨ ਹੁੰਦਾ, ਰਿਪਬਲਿਕ ਡਿਕਲੇਅਰ ਹੁੰਦਾ, ਰਿਪਬਲਿਕ ਡੇ ਹੈ ਸਾਡਾ ਉਹ। ਸੋ ਇੱਕ ਰਿਪਬਲਿਕ ਵਜੋਂ ਹਿੰਦੁਸਤਾਨ ਦੇ ਲੋਕ ਆਪਣੇ ਆਪ ਨੂੰ ਐਜ਼ਰਟ ਪਹਿਲੀ ਵਾਰੀ ਹਿੰਦੁਸਤਾਨ ਦੀਆਂ ਸੜਕਾਂ ਦੇ ਉੱਤੇ ਆ ਕੇ ਕਰ ਰਹੇ ਨੇ, ਦਿੱਲੀ ਦੇ ਵਿੱਚ ਆ ਕੇ ਕਰ ਰਹੇ ਨੇ। ਸੋ ਇਹ ਲਾਮਿਸਾਲ ਟਰੈਕਟਰ ਪਰੇਡ ਹੋਣ ਜਾ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਇਸ ਗੱਲ ਨੂੰ ਸਮਝ ਲਵੇ ਕਿ ਇਹ ਲੋਕਾਂ ਦਾ ਹੱਕ ਹੈ। ਇੱਕ ਸ਼ਾਂਤਮਈ, ਅਸੀਂ ਸਪੈਸ਼ਲ ਕਹਿ ਰਹੇ ਹਾਂ ਵੀ ਇਹ ਸ਼ਾਂਤਮਈ ਹੈ। ਅਸੀਂ ਬਕਾਇਦਾ ਡਿਕਲੇਅਰ ਕੀਤਾ ਵੀ ਸਰਕਾਰ ਦੇ ਜਿਹੜਾ ਸਰਕਾਰੀ ਪ੍ਰੋਗਰਾਮ ਹੈ ਉਹਦੇ 'ਚ ਦਖਲਅੰਦਾਜ਼ੀ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਅਸੀਂ ਸਪੈਸ਼ਲ ਕਹਿ ਦਿੱਤਾ ਕਿ ਸਰਕਾਰ ਦੀ ਕਿਸੇ ਬਿਲਡਿੰਗ ਦਾ, ਕਿਸੇ ਹੋਰ ਚੀਜ਼ ਦਾ, ਕਿਸੇ ਸਿੰਬਲ ਦਾ ਅਪਮਾਨ ਕਰਨਾ ਸਾਡਾ ਬਿਲਕੁਲ ਕੋਈ ਇਰਾਦਾ ਨਹੀਂ ਹੈ। ਬਲਕਾਇਦਾ ਉਹਨੂੰ ਰੱਦ ਕੀਤਾ ਗਿਆ ਵੀ ਐਸੀ ਸਾਡੀ ਕੋਈ ਯੋਜਨਾ ਹੀ ਨਹੀਂ ਹੈ, ਸਾਡੀ ਪਾਰਟੀ ਨਹੀਂ ਹੈ ਯੋਜਨਾ ਦਾ। ਜੋ ਪਾਰਟ ਹੈ ਉਹ ਹੈ ਇੱਕ ਸ਼ਾਂਤਮਈ ਪਰੇਡ, ਜਿਹਦੇ 'ਚ ਲੋਕ ਆਪਣੀ ਗਿਣਤੀ ਦਿਖਾਉਣਗੇ, ਲੋਕ ਆਪਣੀ ਇਰਾਦਾ ਜਿਹੜਾ ਹੈਗਾ ਉਹ ਦਿਖਾਣਗੇ। ਤੇ ਇੱਕ ਤਰ੍ਹਾਂ ਨਾਲ ਜੇ ਮੈਂ ਅੰਗਰੇਜ਼ੀ ਦਾ ਸ਼ਬਦ ਵਰਤਾਂ ਤਾਂ ਰੀਕਲੇਮਿੰਗ ਦਾ ਰਿਪਬਲਿਕ। ਕਿਸਾਨ ਜਿਹੜੇ ਨੇ ਉਹ ਆਪਣੇ ਰਿਪਬਲਿਕ ਨੂੰ ਆਪ ਕਲੇਮ ਕਰਨਗੇ ਕਿ ਇਹ ਰਿਪਬਲਿਕ ਕਿਸੇ ਚੰਦ ਮੋਦੀ ਵਰਗੇ ਘਰਾਣਿਆਂ ਦਾ ਨਹੀਂ, ਅਡਾਨੀਆਂ ਬਾਨੀਆਂ ਦਾ ਨਹੀਂ ਹੈਗਾ, ਉਹਨਾਂ ਦੇ ਦਲਾਲਾਂ ਦਾ ਨਹੀਂ ਹੈਗਾ। ਇਹ ਰਿਪਬਲਿਕ ਲੋਕਾਂ ਦਾ ਹੈ, ਹਿੰਦੁਸਤਾਨ ਦੇ ਕਿਸਾਨਾਂ ਦਾ, ਹਿੰਦੁਸਤਾਨ ਦੇ ਮਜ਼ਦੂਰਾਂ ਦਾ। ਇਸ ਕਰਕੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਜਦੋਂ ਰਿਪਬਲਿਕ ਡੇ ਦੇ ਉੱਤੇ ਲੱਗ ਕੇ ਇਹ ਹਿੰਦੁਸਤਾਨ ਦੀ ਜਿਹੜੀ ਕੈਪੀਟਲ ਹੈ ਉਹਦੇ ਵਿੱਚ ਜਦੋਂ ਲੱਖਾਂ ਜਿਹੜੇ ਕਿਸਾਨ ਨੇ ਆਪਣੇ ਟਰੈਕਟਰ ਲੈ ਕੇ ਵੜਨਗੇ ਤੇ ਸ਼ਾਂਤਮਈ ਇੱਕ ਪੂਰੀ ਪਰੇਡ, ਜਦੋਂ ਅਸੀਂ ਸ਼ਬਦ ਪਰੇਡ ਵਰਤਦੇ ਹਾਂ ਤਾਂ ਲਾਜ਼ਮੀ ਤੌਰ ਤੇ ਉਹ 'ਚ ਡਿਸਪਲਿਨ ਸ਼ਾਮਲ ਹੈ। ਅਸੀਂ ਇੱਕ ਡਿਸਪਲਿਨਡ ਪਰੇਡ ਕਰਨ ਜਾ ਰਹੇ ਹਾਂ। ਸੋ ਅਸੀਂ ਇਹਨਾਂ ਨੂੰ ਆਪਣੇ ਡਿਸਪਲਿਨ ਦਾ ਬਕਾਇਦਾ ਮੁਜ਼ਾਹਰਾ, ਇਹ ਵੀ ਕੀ ਕਰਦੇ ਨੇ, ਗਣਤੰਤਰ ਦਿਵਸ ਦੀ ਪਰੇਡ ਕੀ ਹੁੰਦੀ ਹੈ, ਦੇਸ਼ ਦੀ ਫੌਜੀ ਤਾਕਤ ਦਾ ਮੁਜ਼ਾਹਰਾ ਹੁੰਦਾ ਤੇ ਦੇਸ਼ ਦੀ ਡਿਸਪਲਿਨਡ ਫੋਰਸਿਸ ਦਾ ਮੁਜ਼ਾਹਰਾ ਹੁੰਦਾ। ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿਸਾਨਾਂ ਦਾ ਡਿਸਪਲਿਨ ਵੀ ਦੇਖ ਲਓ। ਕਿਸਾਨਾਂ ਦਾ ਵੀ ਇੱਕ ਪ੍ਰੋਡਕਸ਼ਨ ਦੀ, ਇਹ ਵੀ ਇੱਕ ਆਰਮੀ ਹੈ ਜਿਹੜੀ ਦਿਨ ਰਾਤ ਇੱਕ ਕਰਕੇ, ਜਿਨ੍ਹਾਂ ਨੇ ਹਿੰਦੁਸਤਾਨ ਦੇ ਭੜੋਲੇ ਭਰੇ ਨੇ, ਹਿੰਦੁਸਤਾਨ ਦੇ ਢਿੱਡ ਭਰੇ ਨੇ। ਅੱਜ ਤੱਕ ਹਿੰਦੁਸਤਾਨ ਨੂੰ ਇੱਕ ਮਤਲਬ ਖਾਦ ਪਦਾਰਥਾਂ ਦੇ ਵਿੱਚ ਸਾਡਾ ਇੱਕ ਮਤਲਬ ਨੈਗੇਟਿਵ ਸੂਚੀ ਦੇ ਵਿੱਚੋਂ ਇਹ ਖਾਦ ਪਦਾਰਥਾਂ ਦੇ ਵਿੱਚ ਅਸੀਂ ਬਹੁਲ ਪ੍ਰਦੇਸ਼ ਜੇ ਦੇਸ਼ ਬਣੇ ਆ, ਤਾਂ ਉਸ ਆਰਮੀ
ਦਾ ਪਰੇਡ ਵੀ ਐਕਸੈਪਟ ਹੋਣੀ ਚਾਹੀਦੀ ਹੈ ਹਿੰਦੁਸਤਾਨ ਦੀ ਕੈਪੀਟਲ ਦੇ ਵਿੱਚ। ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਤੇ ਇਦਾਂ ਦੇ ਟਰੈਕਟਰ ਤਿਆਰ ਕੀਤੇ ਜਾਂਦੇ ਨੇ ਜੋ ਸਪੈਸ਼ਲ ਵੈਰੀਗੇਟਿੰਗ ਤੋੜਨ ਲਈ ਉਹਨੇ ਇਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਕੀ ਕਹਾਂਗੇ ਉਸ ਬਾਰੇ? ਦੇਖੋ, ਜਦੋਂ ਨੌਜਵਾਨ ਪਿਛਲੀ ਵਾਰ ਦਿੱਲੀ ਆਏ ਸੀ ਤਾਂ ਉਹਨਾਂ ਨਾਲ ਜਿਹੋ ਜਿਹਾ ਪੁਲਿਸ ਨੇ ਵਰਤਾਓ ਕੀਤਾ, ਜਿਹੋ ਜਿਹੀਆਂ ਪੁਲਿਸ ਨੇ ਉਹਨਾਂ ਦੇ ਨਾਲ, ਤਾਂ ਨੌਜਵਾਨ ਆਪਣਾ ਇਰਾਦਾ ਵਿਅਕਤ ਕਰ ਰਹੇ ਨੇ। ਨੌਜਵਾਨ ਦੱਸ ਰਹੇ ਨੇ ਵੀ ਜੇ ਤੁਹਾਨੂੰ ਸਾਡੇ ਸਿਰ ਤੇ ਮਤਲਬ ਅਣਮਨੁੱਖੀ ਤਰੀਕੇ ਨਾਲ ਗੋਲੇ ਮਾਰਨੇ ਆਉਂਦੇ ਨੇ, ਜੇ ਬੈਰੀਕੇਡ ਰਾਹ ਕੇ ਗੈਰ ਕਾਨੂੰਨੀ ਤਰੀਕੇ ਨਾਲ ਰਾਹ ਰੋਕਣੇ ਚਾਹੀਦੇ ਤੁਹਾਨੂੰ ਆਉਂਦੇ ਨੇ, ਤਾਂ ਸਾਨੂੰ ਉਹਨਾਂ ਦਾ ਹੱਲ ਕੱਢਣਾ ਵੀ ਆਉਂਦਾ। ਉਸ ਦਾ ਇੱਕ ਉਦਾਹਰਣ ਵੀ ਹੈ ਨਾ, ਤੁਸੀਂ ਦੇਖੋ ਖੱਟੜ ਸਰਕਾਰ ਨੇ ਆਪਦੀਆਂ ਬਣਾਈਆਂ ਹੋਈਆਂ ਸੜਕਾਂ ਪੱਟ ਸੁੱਟੀਆਂ ਲੋਕਾਂ ਦਾ ਰਾਹ ਰੋਕਣ ਵਾਸਤੇ, ਔਰ ਲੋਕਾਂ ਨੇ ਕੀ ਕੀਤਾ? ਲੋਕਾਂ ਨੇ ਉਹ ਟਰੈਕਟਰ ਲੈ ਕੇ ਪੂਰੀਆਂ। ਸੋ ਹੁਣ ਵੀ ਟਰੈਕਟਰ ਸਾਡਾ ਔਜ਼ਾਰ ਹੈ, ਟਰੈਕਟਰ ਵਰਤੇ ਜਾਂਦੇ ਨੇ। ਲੇਕਿਨ ਸਵਾਲ ਕੀ ਹੈ? ਸਵਾਲ ਸਿਰਫ ਕਿਸਾਨ ਆਗੂਆਂ ਨੇ ਜੋ ਬੇਨਤੀ ਨੌਜਵਾਨਾਂ ਨੂੰ ਕੀਤੀ, ਉਹ ਨੌਜਵਾਨ ਸਾਨੂੰ ਪੂਰਾ ਪਤਾ ਹੈ, ਨੌਜਵਾਨ ਉਤਸ਼ਾਹ 'ਚ ਨੇ ਤੇ ਨੌਜਵਾਨ ਸਮਝਦੇ ਨੇ, ਜੋਸ਼ 'ਚ ਵੀ ਨੇ, ਹੋਸ਼ 'ਚ ਵੀ ਨੇ। ਉਹ ਸਮਝਦੇ ਨੇ ਅਸੀਂ 3 ਕਾਨੂੰਨ ਮਾਫ ਕਰਾਣੇ ਨੇ, ਅਸੀਂ ਕੋਈ ਦਿੱਲੀ ਢਾਉਣ ਨਹੀਂ ਆ ਰਹੇ। ਸੋ 3 ਕਾਨੂੰਨ ਮਾਫ ਕਰਾਉਣ ਦੀ ਜਿੱਥੇ ਗੱਲ ਹੈ, ਉਹ ਇਹ ਵੀ ਸਾਰੇ ਜਾਣਦੇ ਨੇ ਵੀ ਉਹ ਅਖੀਰ ਨੂੰ ਸਰਕਾਰ ਕਿਸੇ ਟੇਬਲ ਤੇ ਬੈਠ ਕੇ ਸਾਡੇ ਨਾਲ ਇਹ ਗੱਲ ਮੰਨ ਕੇ ਜਾਊਗੀ, ਕੰਨ ਫੜ ਕੇ ਮੰਨ ਕੇ ਜਾਊਗੀ ਵੀ ਲੋਕਾਂ ਦੀ ਅਸੀਂ ਗੱਲ ਮੰਨ ਲਈ, ਅਸੀਂ ਹਾਰ ਗਏ। ਸੋ ਇਸ ਚੀਜ਼ ਨੌਜਵਾਨ ਚੰਗੀ ਤਰ੍ਹਾਂ ਜਾਣਦੇ ਨੇ, ਉਹ ਕੋਈ ਦਿੱਲੀ ਜਿੱਤਣ ਨਹੀਂ ਆ ਰਹੇ। ਠੀਕ ਹੈ, ਉਹਨਾਂ ਨੇ ਤਿਆਰੀ ਕੀਤੀ ਹੈ, ਉਹਨਾਂ ਦਾ ਉਤਸ਼ਾਹ ਹੈ, ਜਿਹੋ ਜਿਹਾ ਉਹਨਾਂ ਨੂੰ ਜਿਹਦੇ ਦਿਲ 'ਚ ਜੋ ਆਇਆ ਉਹਨੇ ਕਰ ਲਿਆ। ਲੇਕਿਨ ਫਾਈਨਲ ਕਮਾਂਡ ਜਿਹੜੀ ਹੈਗੀ ਉਹ ਕਿਸਾਨ ਜਥੇਬੰਦੀਆਂ ਦੇ, ਕਿਸਾਨ ਆਗੂਆਂ ਦੇ ਹੱਥ ਦੇ ਵਿੱਚ ਹੈ ਤੇ ਉਹਨਾਂ ਦਾ ਐਲਾਨ ਹੈ ਤੇ ਨੌਜਵਾਨ ਇਸ ਗੱਲ ਦਾ ਸਤਿਕਾਰ ਕਰਨਗੇ। ਜੀ ਅੱਜ ਦੀ ਜਿਹੜੀ ਟੇਬਲ ਟਾਕ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ, ਇਸ ਤੋਂ ਕੀ ਅਨੁਮਾਨ ਲਗਾਇਆ ਜਾ ਸਕਦਾ, ਕੀ ਰਿਜ਼ਲਟ ਆਉਣਗੇ, ਕੁਝ ਲੱਗ ਰਹੀ ਆਸ? ਦੇਖੋ, ਹਾਲੇ ਤੱਕ ਕੋਈ ਆਸ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ, ਸਗੋਂ ਉਹਨਾਂ ਨੇ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਬੈਕ ਟੂ ਸਕੁਅਰ 1 ਵੀ ਜੋ ਗੱਲਬਾਤ ਜਿਹੜੀ ਹੈ ਪਿਛਲੇ 6 ਰਾਊਂਡਾਂ ਦੇ ਵਿੱਚ ਸਰਕਾਰ ਨੇ ਇਸ ਗੱਲਬਾਤ ਨੂੰ ਬਹੁਤ ਘੀਂਗੇ ਪਾਇਆ। ਘੀਂਗੇ ਪਾਉਣ ਦਾ ਮਤਲਬ ਵੀ ਕਦੇ ਸਾਨੂੰ ਟਿਊਸ਼ਨ ਪੜ੍ਹਾਉਣ ਬੈਠ ਜਾਂਦੇ ਸੀਗੇ ਸਾਡੇ ਆਗੂਆਂ ਨੂੰ ਵੀ ਇਹ ਕਾਨੂੰਨ ਤਾਂ ਤੁਹਾਡੇ ਵਾਸਤੇ ਚੰਗੇ ਹੀ ਬੜੇ ਨੇ, ਤੁਸੀਂ ਇਹਨਾਂ ਨੂੰ ਕਿਉਂ ਰੱਦ ਕਰਾਉਣਾ ਚਾਹੁੰਦੇ ਹੋ। ਕਦੇ ਪ੍ਰਚਾਰ ਕਰਨ ਲੱਗ ਜਾਂਦੇ ਸੀ ਤੁਸੀਂ ਤਾਂ ਮਾਓਵਾਦੀ ਹੋ, ਤੁਸੀਂ ਤਾਂ ਇਹ ਤਾਂ ਕਿਸਾਨ ਹੀ ਹੈ ਨਹੀਂ ਗੇ। ਉਹ ਸਾਰੇ ਘੀਂਗੇ ਘੁੰਗੇ ਪਾ ਕੇ ਗੱਲਬਾਤ ਅਖੀਰ ਨੂੰ ਇੱਥੇ ਤੱਕ ਗੱਲ ਆ ਗਈ ਸੀ 7ਵੇਂ ਰਾਊਂਡ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਏਜੰਡਾ ਨੋਟ ਭੇਜਿਆ ਸੀ, ਸਾਡੇ ਆਗੂਆਂ ਨੇ ਏਜੰਡਾ ਨੋਟ ਭੇਜਿਆ। ਉਸ ਏਜੰਡਾ ਨੋਟ ਦੇ 4 ਨੁਕਤੇ ਸੀ ਸਿਰਫ, ਤੇ ਜਦੋਂ ਪਹਿਲੀ ਵਾਰੀ ਸਾਡੇ ਏਜੰਡੇ ਦੇ ਉੱਤੇ ਗੱਲ ਹੋਈ, ਸਰਕਾਰ ਨੇ ਪਹਿਲਾਂ ਉਸ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਫਿਰ ਉਹਨਾਂ ਨੂੰ ਭੇਜਤਾ ਵੀ ਭਰਾਵੋ ਤੁਹਾਡਾ ਟਾਈਮ ਅਸੀਂ ਮਨਜ਼ੂਰ ਕਰ ਲਾਂਗੇ, ਲੇਕਿਨ ਏਜੰਡਾ ਸਾਡਾ ਰਹੇਗਾ। ਸੋ ਏਜੰਡਾ ਜਦ ਸਾਡਾ ਗਿਆ ਤਾਂ ਲਾਜ਼ਮੀ ਹੈ ਸਰਕਾਰ ਨੇ ਜਦੋਂ ਇਸ ਏਜੰਡੇ ਨੂੰ ਮਾਨਤਾ ਦਿੱਤੀ ਤਾਂ ਪਹਿਲੀ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ 2 ਏਜੰਡੇ ਜਿਹੜੇ ਨੇ ਉਹ ਹੱਲ ਹੋ ਗਏ। ਸੇ ਸਰਕਾਰ ਨੇ ਕਿਹਾ, ਲੇਕਿਨ ਅਸੀਂ ਨਾਲ ਹੀ ਉਹਨਾਂ ਨੂੰ ਸਪਸ਼ਟ ਕੀਤਾ ਵੀ ਇਹਨਾਂ ਦੋਵਾਂ ਏਜੰਡਿਆਂ ਦਾ ਉਦੋਂ ਤੱਕ ਸਾਡੇ ਵਾਸਤੇ ਕੋਈ ਮਾਇਨਾ ਨਹੀਂ ਜਦ ਤੱਕ ਸਾਡੇ ਪਹਿਲੇ 2 ਏਜੰਡਿਆਂ ਤੇ ਗੱਲ ਨਹੀਂ ਹੁੰਦੀ। ਸੋ ਅੱਜ ਦੀ ਮੀਟਿੰਗ ਪਹਿਲੇ 2 ਏਜੰਡਿਆਂ ਬਾਰੇ ਸੀ ਤੇ ਅਸੀਂ ਸਮਝਦੇ ਹਾਂ ਵੀ ਸਰਕਾਰ ਨੂੰ ਉਸ 2 ਏਜੰਡਿਆਂ ਦੇ ਉੱਤੇ ਆਪਣਾ ਹੋਮਵਰਕ ਕਰਕੇ ਆਉਣਾ ਚਾਹੀਦਾ ਸੀ। ਉਹਦਾ ਕਾਰਨ ਕੀ ਹੈ? ਪਹਿਲਾ ਏਜੰਡਾ ਹੈ ਵੀ ਪ੍ਰਕਿਰਿਆ ਕੀ ਹੋਵੇ ਕਾਨੂੰਨਾਂ ਨੂੰ ਰੱਦ ਕਰਨ ਦੀ। ਦੂਜਾ ਏਜੰਡਾ ਹੈਗਾ ਕਿ ਜਿਹੜੀ ਕਾਨੂੰਨੀ ਗਰੰਟੀ ਹੈ ਹਰ ਵਿਅਕਤੀ ਨੂੰ, ਹਰ ਕਿਸਾਨ ਨੂੰ ਪੂਰੇ ਦੇਸ਼ ਦੇ ਵਿੱਚ MSP ਦਿਵਾਉਣ ਦੀ, ਉਹ ਕਿਵੇਂ ਕੀਤੀ ਜਾਵੇ। ਸੋ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਉਹਦੇ ਵਿੱਚ ਹੋਮਵਰਕ ਕਰਕੇ ਆਉਂਦੀ ਕਿ ਪ੍ਰਕਿਰਿਆਵਾਂ ਕੀ ਹੋ ਸਕਦੀਆਂ ਨੇ, ਕੀ ਆਪਸ਼ਨਾਂ ਹੋ ਸਕਦੀਆਂ ਨੇ ਕਾਨੂੰਨਾਂ ਨੂੰ ਰੱਦ ਕਰਨ ਬਾਰੇ, ਕੀ ਆਪਸ਼ਨਾਂ ਹੋ ਸਕਦੀਆਂ ਨੇ MSP ਨੂੰ ਗਰੰਟੀ ਕਰਨ ਬਾਰੇ। ਤਾਂ ਉਹਦਾ ਕੋਈ ਪ੍ਰਪੋਜ਼ਲ ਸਰਕਾਰ ਪੇਸ਼ ਕਰਦੀ। ਉਸ ਪ੍ਰਪੋਜ਼ਲ ਦੇ ਉੱਤੇ ਲਾਜ਼ਮੀ ਹੋ ਸਕਦਾ ਇਸ ਮੀਟਿੰਗ 'ਚ ਹੱਲ ਨਾ ਹੁੰਦਾ, ਲੇਕਿਨ ਅਗਲੇ ਮੀਟਿੰਗ ਤੱਕ ਅਸੀਂ ਉਸ ਪ੍ਰਪੋਜ਼ਲ ਦੇ ਉੱਤੇ ਠੋਸ ਗੱਲ ਕਰਦੇ। ਲੇਕਿਨ ਅੱਜ ਨਾ ਤਾਂ ਸਰਕਾਰ ਕੋਈ ਪ੍ਰਪੋਜ਼ਲ ਲੈ ਕੇ ਉੱਥੇ ਮੀਟਿੰਗ 'ਚ ਬੈਠੀ ਹੈ, ਉਲਟਾ ਸਰਕਾਰ ਜਿਹੜੀ ਹੈਗੀ ਹੈ ਪਹਿਲੇ ਮੀਟਿੰਗ ਦੇ ਵਿੱਚ ਜੋ ਗੱਲਾਂ ਕਰ ਰਹੀ ਸੀ ਅਸਲ ਦੇ ਵਿੱਚ ਸਰਕਾਰ ਵਾਪਸ ਉਹਨਾਂ ਗੱਲਾਂ ਨੂੰ ਕਰਨ ਤੇ ਆ ਗਈ। ਇਸ ਤੋਂ ਸਾਨੂੰ ਲੱਗਦਾ ਹੈ ਕਿ ਸਰਕਾਰ ਅਣਮਨੁੱਖੀ ਹੋ ਗਈ ਹੈ। ਸਰਕਾਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਔਰਤਾਂ, ਮਰਦ, ਬੱਚੇ, ਬਜ਼ੁਰਗ ਜਿਹੜਾ ਇਹ ਕਹਿ ਰਹੇ ਸੀਗੇ ਵੀ ਉਹਨਾਂ ਨੂੰ ਵਾਪਸ ਭੇਜ ਦਿਓ। ਜੇ ਸਹੀ ਮਾਇਨੇ 'ਚ ਇਹਨਾਂ ਨੂੰ ਉਹਨਾਂ ਦੀ ਪਰਵਾਹ ਹੈ ਤਾਂ ਉਹ ਆਏ ਨੇ ਸਵੈ ਇੱਛਾ ਦੇ ਨਾਲ, ਆਪਣੇ ਲੜਨ ਦੇ ਇਰਾਦੇ ਦੇ ਨਾਲ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਲੜਨ ਵਾਸਤੇ ਆਏ ਨੇ। ਤੇ ਜੇ ਸਰਕਾਰ ਨੂੰ ਸੱਚਮੁੱਚ ਉਹਨਾਂ ਦੇ ਨਾਲ ਕੋਈ ਹਮਦਰਦੀ ਹੈ ਤਾਂ ਸਰਕਾਰ ਨੂੰ ਸਭ ਤੋਂ ਪਹਿਲੀ ਗੱਲ ਏਜੰਡੇ 'ਤੇ ਗੱਲ ਕਰਨੀ ਚਾਹੀਦੀ ਹੈ, ਹੋਮਵਰਕ ਕਰਕੇ ਆਉਣਾ ਚਾਹੀਦਾ, ਤਿਆਰੀ ਕਰਕੇ ਆਉਣੀ ਚਾਹੀਦੀ ਹੈ। ਕਾਨੂੰਨ ਕਿਵੇਂ ਰੱਦ ਹੋਣਗੇ, ਪ੍ਰਕਿਰਿਆ ਕੀ ਹੈ, ਕੀ ਕੋਈ ਰੋਕ ਇਸ 'ਤੇ ਸੁਪਰੀਮ ਕੋਰਟ ਨੇ ਦੇਖੋ ਲਾਤੀ ਹੈ। ਜਦੋਂ ਰੋਕ ਲੱਗ ਗਈ ਤਾਂ ਉਸ ਤੋਂ ਬਾਅਦ ਰਹਿ ਗਿਆ ਇਹ ਕਿ ਹੁਣ ਇਹਨੂੰ ਰੱਦ ਕਰਨ ਦੀ ਪ੍ਰਕਿਰਿਆ ਕੀ ਹੈ। ਕਿ ਤੁਸੀਂ ਆਉਂਦਾ ਬਜਟ ਸੈਸ਼ਨ ਆ ਰਿਹਾ ਹੈ, 2 ਭਾਗਾਂ ਦੇ ਵਿੱਚੋਂ ਸੈਸ਼ਨ ਹੋਣਾ, ਸੋ ਤੁਸੀਂ ਜਾਂ ਤਾਂ ਸੈਸ਼ਨ ਦੇ ਵਿੱਚ ਲਿਆਓ ਇਸ ਦੀ ਪ੍ਰਕਿਰਿਆ। ਸੋ ਕੋਈ ਪ੍ਰਕਿਰਿਆ ਸੁਝਾਅ ਦੇਣ, ਅਸੀਂ ਉਹਦੇ 'ਤੇ ਗੱਲ ਕਰੀਏ। ਲੇਕਿਨ ਜੇ ਹੁਣ ਏਜੰਡੇ ਤੋਂ ਬਾਹਰ ਜਾ ਕੇ ਗੱਲਾਂ ਕਰਨਗੇ ਤਾਂ ਮੀਟਿੰਗ ਜਿੰਨੇ ਪਹਿਲੀਆਂ ਮੀਟਿੰਗਾਂ ਹੋਈਆਂ ਜਿਨ੍ਹਾਂ 'ਚ ਠੋਸ ਏਜੰਡਾ ਨਹੀਂ ਸੀਗਾ, ਕੀ ਨਿਕਲਿਆ ਉਹਨਾਂ 'ਚੋਂ? ਕੁਝ ਵੀ ਨਹੀਂ ਨਿਕਲਿਆ। ਸੋ ਜਦ ਤੱਕ ਮੀਟਿੰਗ ਏਜੰਡਾਬੱਧ ਨਹੀਂ ਹੋਏਗੀ, ਸਾਡੇ ਦਿੱਤੇ ਏਜੰਡੇ 'ਤੇ ਮੀਟਿੰਗ ਗੱਲ ਨਹੀਂ ਕਰਨਗੇ, ਉਦੋਂ ਤੱਕ ਕੁਝ ਨਹੀਂ ਨਿਕਲੇਗਾ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਮੀਟਿੰਗ ਹੈ ਇਹ ਪਹਿਲੀਆਂ ਮੀਟਿੰਗਾਂ ਦੇ ਵਾਂਗ ਬੇਸਿੱਟਾ ਨਜ਼ਰ ਆ ਰਹੀ ਆ ਤੇ ਕਿਹਾ ਜਾ ਰਿਹਾ ਹੈ ਅੰਦਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਵਿਚਾਰ ਕਰਦੇ ਹਾਂ, ਸੋਧਾਂ ਕਰ ਦਿੰਦੇ ਹਾਂ, ਉਹੀ ਗੱਲਾਂ ਫਿਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਕਿਸਾਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਗੱਲਾਂ ਤਾਂ ਕਾਫੀ ਲੰਮੇ ਟਾਈਮ ਤੋਂ ਹੋ ਰਹੀਆਂ ਨੇ, ਤਕਰੀਬਨ 8 ਮੀਟਿੰਗਾਂ ਹੋ ਗਈਆਂ ਤੇ ਅਸੀਂ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ ਤੇ ਰੱਦ ਕਰਵਾਏ ਬਗੈਰ ਸਾਨੂੰ ਕੁਝ ਨਹੀਂ ਚਾਹੀਦਾ। ਲੰਚ ਬ੍ਰੇਕ ਦਾ ਟਾਈਮ ਹੋ ਚੁੱਕਿਆ ਹੈ, ਅੱਗੇ ਜਿੱਦਾਂ ਦੀ ਵੀ ਅਪਡੇਟ ਆਊਗੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।